ਬੇਅਦਬੀ ਕਰਨ ਵਾਲੇ ਲੱਭੋ। ਜਿਹੜੇ ਬਾਦਲ ਕਹਿੰਦੇ ਸੀ ਪੰਜਾਬ 'ਚ ਤੁਰੀ ਜਾਂਦੀ ਕੀੜੀ ਸਾਨੂੰ ਨਜ਼ਰ ਆਉਂਦੀ ਆ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਨਜ਼ਰ ਕਿਉਂ ਨਹੀਂ ਆਏ? ਜਿਹੜੇ ਸਿੱਖ ਸੰਘਰਸ਼ ਦੇ ਯੋਧੇ ਆ, ਇਹ ਕੋਈ ਕ੍ਰਿਮੀਨਲ ਨਹੀਂ ਆ। ਇਹਨਾਂ ਨੇ ਉਸ ਵੇਲੇ ਦੇ ਹਾਲਾਤਾਂ ਵਿੱਚ ਜਜ਼ਬੇ 'ਚ ਫੈਸਲੇ ਲਏ ਆ ਤੇ ਦੁਸ਼ਟਾਂ ਨੂੰ ਸੋਧਿਆ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਉਹੀ ਅੱਖਰ ਕਹਾਂਗਾ। ਕਹਿੰਦਾ ਉਸ ਵੇਲੇ 84 ਦੇ ਅਟੈਕ ਤੋਂ ਬਾਅਦ ਤੇ ਮੈਂ ਵੀ ਅਸਤੀਫਾ ਦਿੱਤਾ ਸੀ ਤੇ ਅਸੀਂ ਆਖਿਆ ਜੇ ਤੁਸੀਂ ਅਸਤੀਫਾ ਦਿੱਤਾ ਤੇ ਅੱਜ ਮੁੱਖ ਮੰਤਰੀ ਹੋ, ਜੇ ਉਹਨਾਂ ਨੇ ਸੇਵਾ ਕੀਤੀ ਤੇ ਉਹ ਜੇਲ੍ਹਾਂ 'ਚ ਨੇ ਕਿਉਂ? ਸੌਦਾ ਸਾਧ ਦਿੱਲੀ 'ਚ ਕਹਿੰਦਾ ਸੀ ਸਰਕਾਰ ਬੀਜੇਪੀ ਦੀ ਬਣਾਉਂ, 20 ਲੱਖ ਵੋਟਰ ਆ ਮੇਰੇ, ਉੱਥੇ ਸਰਕਾਰ ਕੇਜਰੀਵਾਲ ਦੀ ਬਣ ਗਈ। ਸੌਦਾ ਸਾਧ ਕਹਿੰਦਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਉਂਗਾ ਪੰਜਾਬ 'ਚ, ਤੇ ਕੈਪਟਨ ਅਮਰਿੰਦਰ ਸਿੰਘ ਨੇ ਹੈਲੀਕਾਪਟਰ ਤਾਰਿਆ ਸੀ ਉਹਦੇ ਡੇਰੇ ਜਾ ਕੇ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਸਾਥੀਆਂ ਨੇ, ਯੋਧਿਆਂ ਨੇ ਲੜਾਈ ਲੜੀ ਧਰਮ ਦੀ, ਕੌਮ ਦੀ, ਪਰ ਜਿਨ੍ਹਾਂ ਤੇ ਕੇਸ ਹੀ ਕੋਈ ਨਹੀਂ ਭਾਰਤ ਦੇ ਕਿਸੇ ਥਾਣੇ 'ਚ, ਉਹਨਾਂ ਤੇ ਤੋਪਾਂ ਟੈਂਕਾਂ ਨਾਲ ਹਮਲਾ, ਇਨਸਾਫ ਅੱਜ ਤੱਕ ਨਹੀਂ। ਸ਼੍ਰੋਮਣੀ ਕਮੇਟੀ ਨੇ ਵੱਖਰਾ ਆਈਟੀ ਸੈੱਲ ਬਣਾਤਾ, ਬਾਦਲਾਂ ਨੇ ਵੱਖਰਾ, ਕੈਪਟਨ ਨੇ ਵੱਖਰਾ, ਕੰਪਿਊਟਰ ਲੈ ਕੇ ਦਿੱਤੇ ਆ, ਲੈਪਟਾਪ ਲੈ ਕੇ ਦਿੱਤੇ ਆ, ਸਮਾਰਟਫੋਨ ਲੈ ਕੇ ਦਿੱਤੇ ਆ, ਲੱਖਾਂ ਤੇ ਕਰੋੜਾਂ ਰੁਪਈਆ ਰੋਜ਼ ਦਾ ਇਨਫੋਰਮੇਸ਼ਨ ਟੈਕਨੋਲੋਜੀ ਤੇ ਖਰਚਦੇ ਆ। ਕਾਹਦੇ ਲਈ? ਆ ਤੁਹਾਨੂੰ ਬਦਨਾਮ ਕਰਨ ਲਈ। ਪੰਜਾਬ ਦੀ ਧਰਤੀ ਨਾ ਬਾਦਲ ਨਾ ਕੈਪਟਨ, ਕੈਪਟਨ ਨੂੰ ਯਾਦ ਰੱਖਣਾ ਚਾਹੀਦਾ ਜਿਵੇਂ ਬਾਦਲ ਕੰਧਾਂ ਨਾਲ ਵੱਜਦੇ ਫਿਰਦੇ ਸਿਆਸੀ ਜ਼ਮੀਨ ਪੈਰਾਂ ਥੱਲੋਂ ਖਿਸਕ ਗਈ ਆ। ਸੌਦਾ ਸਾਹਿਬ ਨੂੰ ਬਚਾਉਂਦੇ ਬਾਦਲਾਂ ਦਾ ਪਤਨ ਹੋ ਗਿਆ, ਅੱਜ ਬਾਦਲਾਂ ਨੂੰ ਬਚਾਉਂਦਾ ਕੈਪਟਨ ਆਪਣਾ ਪਤਨ ਕਰਵਾ ਲੂਗਾ। ਸਰਕਾਰ ਭੁਲੇਖਾ ਕੱਢ ਦੇ, ਮੋਰਚਾ ਸ਼ੁਰੂ ਹੋਣ ਦੀ ਦੇਰ ਆ, ਭੁਲੇਖੇ ਕੱਢ ਦੂ ਸਰਕਾਰਾਂ ਦੇ, ਨਹੀਂ ਤੇ ਇਨਸਾਫ ਕਰ ਦੇ। ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਜੇ ਨਾ ਇਨਸਾਫ ਕੀਤਾ ਬਰਗਾੜੀ ਬੇਅਦਬੀ ਕਾਂਡ, ਬਹਿਬਲ ਗੋਲੀ ਕਾਂਡ, ਕੋਟਕਪੂਰਾ ਕਾਂਡ ਦਾ, ਤੇ ਜੁਝਾਰੂ ਯੋਧਿਓ ਕਰ ਲੋ ਤਿਆਰੀਆਂ। ਜਦੋਂ ਆਪਣੇ ਦੋਸਤ ਮਿੱਤਰ ਫਸਦੇ ਦੇਖੇ ਜਿਨ੍ਹਾਂ ਨਾਲ ਨੋਟਾਂ ਤੇ ਵੋਟਾਂ ਦਾ ਸਮਝੌਤਾ ਸੀ, ਸੌਦਾ ਸਾਧ ਤੇ ਉਹਦੇ ਪੈਰੋਕਾਰ, ਜਾਂਚਾਂ ਰੁਕ ਗਈਆਂ। ਆਪਣੇ ਪਾਲੇ ਚੋਂ ਗੇਂਦ ਕੱਢ ਕੇ ਤੇ ਸੈਂਟਰ ਦੇ ਪਾਲੇ 'ਚ ਸਿੱਟ ਦਿੱਤੀ ਸੀਬੀਆਈ ਨੂੰ ਜਾਂਚਾਂ, ਜਿਹਦੀ ਕਿ ਅਸੀਂ ਮੰਗ ਨਹੀਂ ਸੀ ਕੀਤੀ। ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤੋਂ ਇਨਸਾਫ ਲੈਣਾ ਚਾਹੁੰਦੇ ਸੀ ਕਿ ਜਿਨੇ ਅਕਾਲ ਤਖਤ ਸਾਹਿਬ ਤੇ ਆਪਣੇ ਥਾਪੇ ਜਥੇਦਾਰਾਂ ਤੋਂ ਫਖਰੇ ਕੌਮ ਤੇ ਪੰਥ ਰਚਣ ਦੇ ਅਵਾਰਡ ਲਏ ਆ, ਜੇ ਉਹ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਤੇ ਆਵੇ ਬਰਗਾੜੀ ਦੀ ਧਰਤੀ ਤੇ ਕੁਰਸੀ ਢਾ ਕੇ ਬਹਿ ਜੇ ਮੁੱਖ ਮੰਤਰੀ, ਤੇ ਸਾਰੀਆਂ ਏਜੰਸੀਆਂ ਲਾ ਦੇ ਕੇ ਇਥੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਇਆ ਲੱਭੋ। ਬੇਅਦਬੀ ਕਰਨ ਵਾਲੇ ਲੱਭੋ। ਜਿਹੜੇ ਬਾਦਲ ਕਹਿੰਦੇ ਸੀ ਪੰਜਾਬ 'ਚ ਤੁਰੀ ਜਾਂਦੀ ਕੀੜੀ ਸਾਨੂੰ ਨਜ਼ਰ ਆਉਂਦੀ ਆ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਨਜ਼ਰ ਕਿਉਂ ਨਹੀਂ ਆਏ? ਬੇਅਦਬੀ ਕਰਨ ਵਾਲੇ ਨਜ਼ਰ ਕਿਉਂ ਨਹੀਂ ਆਏ? ਕਿਉਂਕਿ ਸਾਰੀ ਕੁਝ ਗੁਰਮੁਖ ਪਿਆਰਿਓ ਮਿਲੀ ਭੁਗਤ ਸੀ, ਬਚਾਇਆ ਗਿਆ ਉਹਨਾਂ ਨੂੰ। ਤੁਹਾਡੇ ਸਾਹਮਣੇ ਆ ਕੈਪਟਨ ਅਮਰਿੰਦਰ ਸਿੰਘ ਦਾ ਸਮਾਂ ਆਇਆ, ਬਠਿੰਡੇ ਦੀ ਧਰਤੀ ਤੇ ਹਜ਼ਾਰਾਂ ਦਾ ਇਕੱਠ ਕਰਕੇ ਹੱਥ ਵਿੱਚ ਪਾਵਨ ਬਾਣੀ ਦਾ ਗੁਟਕਾ ਸਾਹਿਬ ਫੜ ਕੇ ਤਖਤ ਦਮਦਮਾ ਸਾਹਿਬ ਵੱਲ ਨੂੰ ਮੂੰਹ ਕਰਕੇ ਕਸਮ ਖਾਧੀ ਕਿ ਨਸ਼ਿਆਂ ਦੇ ਸੌਦਾਗਰ, ਡਰੱਗ ਦੇ ਸੌਦਾਗਰ, ਜੇ ਮੈਨੂੰ ਰਾਜ ਦਿਓਗੇ ਪੰਜਾਬ ਦਾ, ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕ ਦਿਆਂਗਾ। ਬੇਅਦਬੀ ਦੇ ਦੋਸ਼ੀ ਮਹੀਨੇ 'ਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕ ਦਿਆਂਗਾ। ਆ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਜਿਹੜੇ ਅੱਜ ਇੱਥੇ ਵੀ ਪਹੁੰਚੇ ਆ। ਇਹਨਾਂ ਨੇ ਪੁੱਛਿਆ ਕੈਪਟਨ ਸਾਹਿਬ ਕਿਵੇਂ ਡੱਕ ਦਿਓਗੇ ਏਡੀ ਛੇਤੀ, ਮਹੀਨੇ 'ਚ ਪਤਾ ਕਿਵੇਂ ਲੱਗ ਜੂਗਾ? ਕੈਪਟਨ ਅਮਰਿੰਦਰ ਸਿੰਘ ਦੀ ਆਵਾਜ਼ ਅੱਜ ਵੀ ਸੋਸ਼ਲ ਮੀਡੀਆ ਤੇ ਉਹ ਤੁਸੀਂ ਸੁਣ ਸਕਦੇ ਹੋ। ਅੱਗੋਂ ਜਵਾਬ ਦਿੱਤਾ, ਮੈਨੂੰ ਪਤਾ ਬੇਅਦਬੀ ਕਿਹਨੇ ਕੀਤੀ, ਕਿਹਨਾਂ ਨੇ ਕਰਵਾਈ ਆ, ਇਸ ਕਰਕੇ ਮੈਂ 1 ਮਹੀਨੇ 'ਚ ਫੜ ਲਵਾਂਗਾ, ਕਿਉਂਕਿ ਮੈਨੂੰ ਪਤਾ ਹੈ ਬੇਅਦਬੀ ਦੀਆਂ ਪੈੜਾਂ ਬਾਦਲਾਂ ਦੇ ਘਰ ਨੂੰ ਜਾਂਦੀਆਂ ਨੇ। ਇਹ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ। ਪਰ ਜਿਸ ਵੇਲੇ ਸਾਲ 2017 ਸਾਰਾ ਲੰਘ ਗਿਆ, ਜਾਂਚ ਕਮਿਸ਼ਨ ਬਣਾ ਕੇ ਘੇਸਲ ਵੱਟ ਲਈ, ਸਿੱਟ ਬਣਾ ਕੇ ਘੇਸਲ ਵੱਟ ਲਈ,
ਜਦੋਂ 2018 ਆਇਆ ਪੰਥ ਨੇ फैसला ਕੀਤਾ, फैसला करके आही बरगाड़ी दी धरती मैनू अज भी याद है। ਤਿਆਰੀਆਂ ਭਾਵੇਂ ਪਹਿਲਾਂ ਤੋਂ ਆਰੰਭੀਆਂ ਗਈਆਂ ਸਨ, ਪਰ ਪ੍ਰੋਗਰਾਮ ਇੱਕ ਦਿਨ ਪਹਿਲਾਂ ਲੀਕਿਆ ਗਿਆ। ਜਿਹੜਾ ਬਰਗਾੜੀ ਦੀ ਧਰਤੀ ਤੇ ਮੋਰਚੇ ਦਾ ਐਲਾਨ ਹੋਇਆ, 6.5 ਮਹੀਨੇ ਮੋਰਚਾ ਚੱਲਿਆ, ਲੱਖਾਂ ਸੰਗਤਾਂ ਨੇ ਸਮੂਲੀਅਤ ਕੀਤੀ। ਮੋਰਚਾ ਸ਼ੁਰੂ ਕਰਨ ਵੇਲੇ ਉਸ ਦਿਨ ਵੀ ਆਪਾਂ ਆਹੀ ਸਾਂ, ਕੋਈ ਬਹੁਤੇ ਨਹੀਂ, ਕੁਝ 2-4 ਜਥੇਬੰਦੀਆਂ ਹੋਰ ਹੋ ਸਕਦੀਆਂ ਨੇ, ਪਰ ਆਹੀ ਲੋਕ ਸਾਂ ਉਸ ਦਿਨ ਵੀ। मोर्चा आरंभ होया, उसे दिन DC SSP फरीदकोट आ गए, अगले दिन IG आ गया। जेड़े सिख संघर्ष के योद्धे आ, ये कोई क्रिमिनल नहीं आ। इन्हां ने उस वेले दे हालातां विच जज्बे च फैसले लए आ ते दुष्टां नूं सोधिया। उस वेले कैप्टन अमरिंदर सिंह ने कहा, मैं गुरु ग्रंथ साहब की हजूरी च ओही अखर कहांगा। ਕਹਿੰਦਾ उस वेले 84 ਦੇ टैग तो बाद मैं भी अस्तीफा दिता सी, ते असीं आखिया जे तुसीं अस्तीफा दिता ते अज मुख मंत्री हो, जे उन्होंने सेवा की ते वो जेलों च ने, क्यों नहीं उन्हां नाल इंसाफ हो रहा, क्यों नहीं रिहा कीते जा रहे? वो क्रिमिनल नहीं है। गुरमुख प्यारे, मैं विस्तार विच ना जावां। 6 जून की मीटिंग 9 जून पंजाब पुलिस ने जाके ਮਹਿੰਦਰਪਾਲ ਬਿੱਟੂ ਨੂੰ ਫੜ ਲਿਆ। ਪਤਾ ਤੇ ਪਹਿਲਾਂ ਹੀ ਸੀਗਾ, ਸਿੱਟ ਵੀ ਉਹੀ ਬਾਦਲਾਂ ਦੇ ਰਾਜ ਵਾਲੀ। ਤੀਸਰੇ ਦਿਨ ਜਾ ਕੇ ਫੜ ਲਿਆ ਜਿਹਨੂੰ 1.5 ਸਾਲ ਨਹੀਂ ਸੀ ਫੜਿਆ, ਕਿਉਂਕਿ ਬਾਦਲਾਂ ਨੇ ਰੋਕ ਦਿੱਤਾ ਕਿ ਨਹੀਂ ਫੜਨਾ। ਇਹ ਸੌਦਾ ਸਾਧ ਦਾ ਚੇਲਾ, ਜਾਂਚ ਸੌਦਾ ਸਾਧ ਦੇ ਡੇਰੇ ਤੱਕ ਜਾਂਦੀ ਆ। ਜਦੋਂ ਸੌਦਾ ਸਾਧ ਦਾ ਨਾਂ ਆਉਂਦਾ, ਉਹ ਬਲਾਤਕਾਰੀ ਦਾ, ਕੁਕਰਮੀ ਦਾ ਜਾਂਚਾਂ ਰੁਕ ਜਾਂਦੀਆਂ ਨੇ। मौड़ मंडी बंब धमाका होया, 6 कीमती जाना गईयां, सीधे तौर ते तारां डेरे नाल जुड़ियां। जेड़ी कार वरती गई, जेड़ी समगरी उत्थे धमाका खेज वरती गई, डेरे सरसे तो आई, कार मोडीफाई हुई, सारा साजो समान उहदे डेरे दी वर्कशाप चों आया। पर जदों नाम ही सामने आ गए, जांच रुक गई। फर्क कोई नहीं बादल ते कैप्टन दा, रले होए आ। ਇੱਥੇ ਵੀ ਨਾਰਾ ਦਿੰਦੇ ਰਹੇ ਬਰਗਾੜੀ ਦੀ ਧਰਤੀ ਤੇ। ਤੁਹਾਨੂੰ ਯਾਦ ਹੋਵੇਗਾ ਜਿੱਥੇ ਕਹਿੰਦੇ ਸੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਬੰਦੀ ਸਿੰਘਾਂ ਨੂੰ ਰਿਹਾ ਕਰੋ, ਉੱਥੇ ਇੱਕ ਨਾਰਾ ਹੋਰ ਵੀ ਲਾਉਂਦੇ ਸਾਂ ਕਿ ਬਾਦਲ ਕੈਪਟਨ ਦੋਸਤੀ ਮੁਰਦਾਬਾਦ। ਸਾਨੂੰ ਸ਼ੱਕ ਸੀ, ਉਹ ਸੱਚਾ ਸਾਬਤ ਹੋਇਆ। ਅੱਜ ਤੁਹਾਡੇ ਸਾਹਮਣੇ ਨਾਰੇ ਲੱਗਦੇ ਰਹੇ ਇੱਥੇ ਬਰਗਾੜੀ ਦੀ ਧਰਤੀ ਤੇ। ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, सौदा साध सीधे तौर पर जिम्मेवार बरगाड़ी की इस बेअदबी कांड च नामजद कर दिता पंजाब पुलिस की सिट ने। दूजियां नूं ते कहंदे रकेश दिड़बा फरार आ, इश्तिहारी मुजरम है इस बेअदबी कांड च। हरस धूरी फरार आ, संदीप बरेटा फरार आ, सौदा साध दे चेले सपा सलार। पर सौदा साध तो फरार नहीं ना, वो तो सुनारिया की जेल च। कैप्टन अमरिंदर सिंह पावे पैरां ते भार, करे वादे नूं वफा, जेड़ा पंजाब दे लोगां नाल नहीं दुनिया नाल ते गुरु नाल कीता सी। गुटका साहब लैके लए प्रोडक्शन वारंट ते लियाए सौदा साध नूं उत्थों सुनारिया दी जेल चों ते पंजाब दी धरती ते लिया के किसे सीए स्टाफ च पावे मुद्दा ते फेरे पटा ते उहनूं पुछे, दस गुरु ग्रंथ साहब दी बेअदबी क्यों कराई आ? तेरे चेलियां नूं क्यों हुक्म दिता? पैसे दिते, हुक्म दिते, क्यों दिते आ? पर नहीं दे रहे। कारण रले होए आ। बची खुची वोट की झाक बादल रखते आ, बची खुची वोट की झाक सौदा साध तो कैप्टन रखदा वा। पर मैं इन्हां लीडरां नूं कहना चाहुंदा, रिजल्ट वेख लो। सौदा साध दिल्ली च कहंदा सी सरकार BJP दी बनाऊं, 20 लाख वोटर आ मेरे, उथे सरकार केजरीवाल दी बन गई। सौदा साध कहंदा सी कैप्टन अमरिंदर सिंह दी सरकार बनाऊंगा पंजाब च, ते कैप्टन अमरिंदर सिंह ने हैलीकाप्टर तारिया सी उहदे डेरे जाके। ते मीडिया च अज भी बयान सुना, कहंदा बाबा जी दी किरपा हो गई है, सरकार बननी है पंजाब च। पर सरकार बादल रिपीट कर गए उस वेले। आ 17 दे विच आ बठिंडा साहब बैठे आ, एक पैलेस च इकट्ठ करके डेरे दे पैरोकारां ने बठिंडे शहर च ते बादल दल दे अहुदेदार कैबिनेट मिनिस्टर स्टेज ते बैठे सन
ਤੇ ਉਸ ਵੇਲੇ ਸੌਦਾ ਸਾਧ ਦੇ ਚੇਲਿਆਂ ਨੇ ਸਮਰਥਨ ਦਿੱਤਾ, ਕਹਿੰਦੇ ਵੋਟਾਂ ਅਸੀਂ ਤੁਹਾਨੂੰ ਪਾਵਾਂਗੇ, ਸਾਡਾ ਬਾਬਾ ਪੰਜਾਬ 'ਚ ਲਿਆਓ, ਸੰਗਤਾਂ ਲਵਾਓ। ਤਲਵੰਡੀ ਸਾਬੋ ਦਾ ਐਮਐਲਏ ਜਿਹੜਾ ਕਾਂਗਰਸੀ ਸੀ ਅਸਤੀਫਾ ਦੇ ਕੇ ਤੇ ਬਾਦਲ ਸ਼ੈਂਪੂ ਬਾਦਲ ਸਾਬਣ ਨਾਲ ਨਹਾ ਕੇ ਕਾਲੀ ਬਣਿਆ, ਕਿਉਂਕਿ ਦੂਜੀ ਪਾਰਟੀ 'ਚੋਂ ਚੋਰ ਹੁੰਦੇ ਠੱਗ ਹੁੰਦੇ ਆ, ਬਾਦਲ ਕੇ ਕਹਿੰਦੇ ਕਾਂਗਰਸੀ ਆ, ਤੇ ਜਦੋਂ ਰਾਤੋਂ ਰਾਤ ਬਾਦਲ ਸ਼ੈਂਪੂ ਨਾਲ ਨਵਾ ਲੈਂਦੇ ਆ, ਬਾਦਲ ਸਾਬਣ ਨਾਲ ਨਵਾ ਲੈਂਦੇ ਆ ਤੇ ਉਹ ਅਕਾਲੀ ਬਣ ਜਾਂਦੇ ਆ। ਫਿਰ ਉੱਥੇ ਤਲਵੰਡੀ ਸਾਬੋ ਵਾਲਾ ਐਮਐਲਏ ਉਸ ਵੇਲੇ ਦਾ ਅੱਜ ਦਾ ਸਾਬਕਾ ਐਮਐਲਏ ਉਹ ਸਟੇਜ ਤੇ ਬੋਲਿਆ ਕਿ ਤੁਸੀਂ ਸਾਨੂੰ ਸਮਰਥਨ ਦਿੱਤਾ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ, ਜਿਹੜੇ ਕਹਿੰਦੇ ਅਸੀਂ ਅਕਾਲ ਤਖਤ ਦੇ ਵੱਡੇ ਖੈਰ ਖਵਾਹ ਆ, ਜਿਨ੍ਹਾਂ ਦਾ ਪ੍ਰਬੰਧ ਆ, ਜਿਨ੍ਹਾਂ ਦੇ ਲਿਫਾਫਿਆਂ ਚੋਂ ਜਥੇਦਾਰ ਨਿਕਲਦੇ ਆ, ਲਿਫਾਫੇਬਾਜ਼ੀ ਦੀਆਂ ਗੱਲਾਂ ਕਰਦੇ ਆ। ਕੋਈ ਮਸਲਾ ਹੋ ਜੇ, ਜਿਹੜੇ ਕੋਈ ਸੁਹਿਰਦ ਸਿੱਖ ਉਹਨਾਂ ਨੂੰ ਝੱਟ ਉੱਥੋਂ ਬਿਆਨ ਜਾਰੀ ਕਰ ਦਿੰਦੇ ਆ। ਜਦੋਂ ਸੌਦਾ ਸਾਧ ਬਾਦਲ ਮਜੀਠੀਏ ਵਰਗੇ ਫਸਦੇ ਹੋਣ, ਸਿਰਸਾ ਫਸਦਾ ਹੋਵੇ 12 ਕਰੋੜ ਦੇ ਘਟਾਲੇ 'ਚ, ਉਸ ਵੇਲੇ ਜਥੇਦਾਰ ਲੱਸੀ ਪੀ ਕੇ ਸਰਾਣੇ ਬਾਂਹ ਦੇ ਕੇ ਸੌ ਜਾਂਦੇ, ਉਦੋਂ ਨਹੀਂ ਬੋਲਦੇ, ਘੁੰਗਣੀਆਂ ਪਾ ਲੈਂਦੇ ਆ ਮੂੰਹ ਵਿੱਚ। ਤੁਹਾਡੇ ਸਾਹਮਣੇ ਆ, ਮੈਂ ਬੇਨਤੀ ਕਰ ਰਿਹਾ, ਜਦੋਂ ਅਮਰਿੰਦਰ ਸਿੰਘ ਕਹਿੰਦਾ ਸਰਕਾਰ ਬਣੂ, ਬਾਬੇ ਨੇ ਕਹਿਤਾ, ਬਾਦਲ ਰਿਪੀਟ ਕਰ ਗਏ, ਤੇ ਜਦੋਂ ਬਾਦਲ 17 'ਚ ਕਹਿੰਦੇ ਹੁਣ ਸਰਕਾਰ ਸਾਡੀ ਬਣਨੀ ਆ, ਡੇਰੇ ਸਰਸੇ ਆਏ ਨੇ ਹਮਾਇਤ ਦੇਤੀ ਆ, ਸਾਰਾ ਪੰਜਾਬ ਉਲਟ ਹੋ ਗਿਆ, ਪੰਥ ਉਲਟ ਹੋ ਗਿਆ, ਤੇ ਉਹ ਬਾਦਲ ਵਿਰੋਧੀ ਧਿਰ 'ਚ ਵੀ ਨਹੀਂ ਰਹੇ। 25 ਸਾਲ ਦੇ ਰਾਜ ਦੇ ਦਾਅਵੇ ਕਰਨ ਵਾਲੇ ਵਿਰੋਧੀ ਧਿਰ 'ਚ ਨਹੀਂ ਰਹੇ। ਕਿੱਥੇ 14-15 ਤੇ ਜਾ ਕੇ ਸਿਮਟ ਕੇ ਤੁਹਾਡੇ ਸਾਹਮਣੇ ਆ। ਖਾਲਸਾ ਜੀ ਇਹ ਤੁਹਾਡੇ ਸਾਹਮਣੇ ਸਾਰਾ ਕੁਝ ਇਹਨਾਂ ਇਨਸਾਫ ਨਹੀਂ ਦਿੱਤਾ। ਸਰਦਾਰ ਮਾਨ ਸਾਹਿਬ ਕਹਿ ਰਹੇ ਸਨ, ਮੁੱਖ ਮੰਤਰੀ ਨੇ ਵਾਅਦਾ ਕੀਤਾ, 2 ਮੰਤਰੀ ਭੇਜੇ, ਐਮਐਲਏ ਭੇਜੇ, ਸਮੇਤ ਸੈਣੀ ਫੜ ਲਾਂਗੇ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਫੜ ਲਾਂਗੇ, ਸਾਰੇ ਦੋਸ਼ੀ ਫੜਾਂਗੇ, ਜਿਵੇਂ ਉਹ ਕਹਿ ਰਹੇ ਸਨ ਉਹਨਾਂ ਨੇ ਦੱਸਿਆ। ਪਰ ਅੱਜ ਕਿੱਥੇ ਗਏ ਫਿਰ ਉਹ ਵਾਅਦੇ, ਜਿਹੜੇ ਵਾਅਦੇ ਸਨ, ਕਿੱਧਰ ਗਏ? ਮੈਂ ਬੇਨਤੀ ਕਰ ਰਿਹਾ ਸੀ, ਮੋਰਚਾ ਲੱਗਿਆ, ਮੀਟਿੰਗ ਹੋਈ, ਦੋਸ਼ੀ ਫੜੇ ਗਏ, ਪਰ ਜਦੋਂ ਸੌਦਾ ਸਾਧ ਫਿਰ ਜਾਂਚਾਂ ਰੁਕ ਜਾਂਦੀਆਂ। ਉਹ ਗ੍ਰਿਫਤਾਰ ਕੀਤੇ 25 ਦੇ ਕਰੀਬ ਆ, 63 ਨੰਬਰ FIR 'ਚ। ਔਰ ਜਿਹੜਾ ਮੋਗਾ ਕਾਂਡ ਹੋਇਆ ਸੀ, ਸਾੜ ਫੂਕ ਵਾਲਾ, ਡੇਰੇ ਦੇ ਪੈਰੋਕਾਰਾਂ ਨੇ ਕੀਤਾ ਸੀ, ਜ਼ਮਾਨਤਾਂ ਦੇਤੀਆਂ, ਸਿਕਿਉਰਿਟੀ ਦੇ ਦਿੱਤੀ, ਸਿੱਟਾਂ ਬਦਲ ਦਿੱਤੀਆਂ, ਤੁਹਾਡੇ ਸਾਹਮਣੇ ਆ ਸਾਰਾ ਕੁਝ। ਵਕੀਲਾਂ ਦੀ ਫੌਜ ਹਾਈ ਕੋਰਟ 'ਚ ਢੇਰ ਹੋ ਗਈ ਇਹਨਾਂ ਦੀ, ਕਿਉਂਕਿ ਰਲੇ ਹੋਏ ਇਨਸਾਫ ਦੇਣਾ ਨਹੀਂ ਚਾਹੁੰਦੇ। ਸਿੱਖ ਵਿਰੋਧੀ ਨਿਜ਼ਾਮ ਇਨਸਾਫ ਦੇਣਾ ਨਹੀਂ ਚਾਹੁੰਦਾ। ਕਰਿੰਦੇ ਉਹਨਾਂ ਦੇ ਪਿਆਦੇ ਭਾਵੇਂ ਬਾਦਲ ਹੋਵੇ ਤੇ ਭਾਵੇਂ ਕੈਪਟਨ, ਇਹ ਸਿੱਖ ਮਸਲਿਆਂ 'ਚ ਇਨਸਾਫ ਦੇਣਾ ਨਹੀਂ ਚਾਹੁੰਦੇ। 1984 ਦੇ ਕਤਲੇਆਮ ਦਾ ਇਨਸਾਫ ਨਹੀਂ, ਢੱਠੇ ਅਕਾਲ ਤਖਤ ਦਾ ਇਨਸਾਫ ਨਹੀਂ। ਅੱਜ 1 ਜੂਨ ਜਥੇਦਾਰ ਮਹਿੰਗਾ ਸਿੰਘ ਬੱਬਰ ਸ਼ਹੀਦ ਹੋਇਆ ਸੀ, ਅੱਜ ਪਹਿਲੇ ਦਿਨ, ਜਦੋਂ ਉੱਥੇ ਹਮਲਾ ਕੀਤਾ ਗਿਆ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਸਾਥੀਆਂ ਨੇ, ਯੋਧਿਆਂ ਨੇ ਲੜਾਈ ਲੜੀ ਧਰਮ ਦੀ, ਕੌਮ ਦੀ, ਪਰ ਜਿਨ੍ਹਾਂ ਤੇ ਕੇਸ ਹੀ ਕੋਈ ਨਹੀਂ ਭਾਰਤ ਦੇ ਕਿਸੇ ਥਾਣੇ 'ਚ, ਉਹਨਾਂ ਤੇ ਤੋਪਾਂ ਟੈਂਕਾਂ ਨਾਲ ਹਮਲਾ, ਇਨਸਾਫ ਅੱਜ ਤੱਕ ਨਹੀਂ। ਨਵੰਬਰ 84 ਦਾ ਕਤਲੇਆਮ, ਇਨਸਾਫ ਅੱਜ ਤੱਕ ਨਹੀਂ। ਬਰਗਾੜੀ ਕਾਂਡ, ਸਿੱਧੇ ਦੋਸ਼ੀ ਆ ਗਏ, ਅਣਪਛਾਤੀ ਪੁਲਿਸ ਪਛਾਣੀ ਗਈ, 22 ਨੇਮ ਪਰਚੇ ਦਰਜ ਹੋ ਗਏ, ਮਾੜੀ ਮੋਟੀ ਪੁੱਛਗਿੱਛ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਸਿਕਿਉਰਟੀਆਂ ਦੇ ਦਿੱਤੀਆਂ, ਸਿੱਟਾਂ ਬਦਲਤੀਆਂ। ਬਰਗਾੜੀ ਦੀ ਸਿੱਟ ਚੇਂਜ, ਕੋਟਕਪੂਰੇ ਦੀ ਚੇਂਜ, ਬਾਈਬਲ ਦੀ ਚੇਂਜ। ਆ ਪੰਥ ਨੇ ਸਹਿਯੋਗ ਦਿੱਤਾ ਪੂਰਾ, ਸ਼ਹੀਦਾਂ ਦੇ ਪਰਿਵਾਰਾਂ ਨੇ, ਜ਼ਖਮੀਆਂ ਨੇ, ਗਵਾਹਾਂ ਨੇ। ਆ ਹੁਣ ਨਵੀਆਂ ਬਣਾਈਆਂ, ਫਿਰ ਦਿੱਤਾ ਸਹਿਯੋਗ। ਸਰਕਾਰ ਨੂੰ ਮੌਕਾ ਨਹੀਂ ਦੇਾਂਗੇ ਕਹਿਣ ਦਾ ਕਿ ਅਸੀਂ ਸਿੱਟਾਂ ਤੇ ਬਣਾਈਆਂ, ਤੁਸੀਂ ਬਿਆਨ ਨਹੀਂ ਦਿੱਤੇ। ਪਰ ਕੈਪਟਨ ਅਮਰਿੰਦਰ ਸਿੰਘ ਤੇ ਭਰੋਸਾ ਨਹੀਂ ਹੈ, ਭਰੋਸਾ ਨਹੀਂ ਰਿਹਾ, ਵਾਅਦੇ ਵਫਾ ਨਹੀਂ ਕੀਤੇ, ਕਸਮਾਂ ਝੂਠੀਆਂ ਹੋ ਗਈਆਂ। ਅੱਜ ਦਾ ਮੁੱਖ ਮੰਤਰੀ ਜਿਹਨੇ ਇਨਸਾਫ ਦੇਣਾ, ਜਿਹੜਾ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸੱਤਾ 'ਚ ਆਇਆ, ਜਿਹੜਾ ਗੁਰੂ ਨਾਲ ਵਾਅਦਾ ਵਫਾ ਨਹੀਂ ਕਰ ਸਕਿਆ, ਅੱਜ ਉਹਨੇ ਕੀ ਹੋਰ ਕਿਸੇ ਨੂੰ ਇਨਸਾਫ ਦੇਣਾ? ਸਾਨੂੰ ਦੁੱਖ ਦੀ ਗੱਲ ਆ ਕਹਿਣਾ ਪੈਂਦਾ। ਆਸ ਬੜੀ ਸੀ ਪੰਜਾਬ ਦੇ ਲੋਕਾਂ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਪਹਿਲੇ 5 ਸਾਲ ਜਿਵੇਂ ਰਾਜ ਕੀਤਾ, ਸ਼ਾਇਦ ਹੁਣ ਕੈਪਟਨ ਅਮਰਿੰਦਰ ਸਿੰਘ ਇਨਸਾਫ ਦੇ ਪੰਜਾਬ ਦੇ ਲੋਕ ਸੱਤਾ 'ਚ ਲੈ ਕੇ ਆਏ। ਪਰ ਅੱਜ ਦਾ ਮੁੱਖ ਮੰਤਰੀ ਚੀਕੂਆਂ ਤੇ ਸੀਤਾਫਲ ਦਾ ਇੰਤਜ਼ਾਮ ਹੀ ਕਰਦਾ ਫਿਰਦਾ, ਉਹਨੂੰ ਬਰਗਾੜੀ ਬੇਅਦਬੀ ਯਾਦ ਨਹੀਂ ਹੈ।
ਉਹਨੂੰ ਇਨਸਾਫ ਯਾਦ ਨਹੀਂ ਆ ਸਾਰਾ ਜਿੰਨਾ ਕੁਝ ਘਟਨਾਕ੍ਰਮ ਹੋਇਆ ਯਾਦ ਨਹੀਂ ਆ। ਅੱਜ ਵੀ ਉਹਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਸੌਦਾ ਸਾਧ ਦਿਸਦਾ, ਸੌਦੇ ਸਾਧ ਦੀਆਂ ਬਚੀਆਂ ਖੁਚੀਆਂ ਵੋਟਾਂ ਦਿਸਦੀਆਂ। ਸੋ ਭਰਾਓ, ਮੈਂ ਵਿਸਾਰ ਵਿੱਚ ਨਹੀਂ ਜਾਣਾ, ਇਹ ਸਾਰਾ ਕੁਝ ਤੁਹਾਡੇ ਸਾਹਮਣੇ ਆ। ਅਸੀਂ ਦਿੱਤਾ ਸਿੱਟਾਂ ਨੂੰ ਸਹਿਯੋਗ, ਬਿਆਨ ਦਿੱਤੇ, ਹਰ ਤਰ੍ਹਾਂ ਦਾ ਕਮਿਸ਼ਨ ਨੂੰ ਦਿੱਤਾ, ਮੋਰਚਾ ਲੱਗਿਆ। ਮਹੀਨੇ ਬਾਅਦ ਹੀ ਜਾਂਚ ਕਮਿਸ਼ਨ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸਬਮਿਟ ਹੋ ਗਈ। 2 ਦਿਨ ਵਿਧਾਨ ਸਭਾ 'ਚ ਬਹਿਸ ਹੋ ਗਈ। IG ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਸਿੱਟ ਬਣ ਗਈ। ਕਈ ਅਫਸਰ ਬੈਕ ਹੋ ਗਏ, ਪਰ ਉਸ ਇੱਕ ਅਫਸਰ ਨੇ ਜਿਹਨੂੰ ਤੁਸੀਂ 골ਡ ਮੈਡਲ ਨਾਲ ਸਨਮਾਨ ਦਿੱਤਾ ਪੰਥ ਵੱਲੋਂ, ਉਹਨੇ ਤਹਈਆ ਕੀਤਾ, ਮੌਤ ਨੂੰ ਤਲੀ ਤੇ ਰੱਖ ਕੇ ਧਮਕੀਆਂ ਦੇ ਬਾਵਜੂਦ, ਮੁਸ਼ਕਲਾਂ ਦੇ ਬਾਵਜੂਦ ਜਾਂਚ ਨੂੰ ਵਧਾਇਆ, ਚਲਾਨ ਤੇ ਚਲਾਨ ਪੇਸ਼ ਕੀਤੇ। ਜਦੋਂ ਮੁੱਖ ਦੋਸ਼ੀ ਸਾਹਮਣੇ 10ਵੇਂ ਚਲਾਨ 'ਚ ਆ ਰਹੇ ਸੀ, ਕੁੰਵਰ ਵਿਜੇ ਪ੍ਰਤਾਪ ਵੀ ਪਾਸੇ ਕਰਤਾ, ਜਾਂਚ ਰੱਦ ਕਰਤੀ। ਕੋਟਕਪੂਰੇ ਵਾਲੀ ਤੁਹਾਡੇ ਸਾਹਮਣੇ ਰੋਸ ਵਜੋਂ ਅਸਤੀਫਾ ਦੇ ਗਿਆ। ਮੈਂ ਬੇਨਤੀ ਕਰਾਂ, ਸਾਨੂੰ ਸ਼ੱਕ ਪਹਿਲੇ ਅਫਸਰਾਂ ਤੇ ਵੀ ਨਹੀਂ, ਅਸੀਂ ਸਹਿਯੋਗ ਦਿੱਤਾ ਜਾਂਚ ਵਾਲਿਆਂ, ਸਾਨੂੰ ਹੁਣ ਵਾਲਿਆਂ ਤੇ ਵੀ ਸ਼ੱਕ ਨਹੀਂ ਹੈ। ਪਰ ਜੇ ਸ਼ੱਕ ਆ ਤੇ ਸਾਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ਤੇ ਸ਼ੱਕ ਆ। ਉਹ ਇਨਸਾਫ ਨਹੀਂ ਦੇਣਾ ਚਾਹੁੰਦਾ, ਉਹਨੇ ਤਹਈਆ ਕਰ ਲਿਆ ਤੇ ਫਿਰ ਇਨਸਾਫ ਲੈਣ ਲਈ ਸਾਨੂੰ ਤਹਈਆ ਕਰਨਾ ਪਊਗਾ, ਗਲ 'ਚ ਗੂਠਾ ਦੇਣਾ ਪਊਗਾ, ਪ੍ਰੈਸ਼ਰ ਬਿਲਡ ਕਰਨਾ ਪਊਗਾ, ਦਬਾਅ ਬਣਾਉਣਾ ਪਊਗਾ। ਕਿਉਂਕਿ ਜਿੱਥੇ ਪੰਥ ਖੜਾ ਹੋ ਜਾਵੇ, ਵੱਡੀਆਂ ਵੱਡੀਆਂ ਸਰਕਾਰਾਂ, ਵੱਡੇ ਵੱਡੇ ਲੀਡਰ ਢੇਰ ਹੋ ਜਾਂਦੇ ਆ। ਬਰਗਾੜੀ ਦੇ ਇਨਸਾਫ ਮੋਰਚੇ ਦੀਆਂ ਵੱਡੀਆਂ ਪ੍ਰਾਪਤੀਆਂ ਨੇ। ਆ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ, ਨੌਕਰੀਆਂ ਮਿਲੀਆਂ, ਜ਼ਖਮੀਆਂ ਨੂੰ ਮੁਆਵਜ਼ਾ ਮਿਲਿਆ, ਅਣਪਛਾਤੀ ਪੁਲਿਸ ਪਛਾਣੀ ਗਈ, ਰਿਪੋਰਟਾਂ ਸਬਮਿਟ ਹੋ ਗਈਆਂ। ਨਹੀਂ ਤੇ 84 ਦੇ ਉਸ ਵੇਲੇ ਦੇ ਨਕੋਦਰ ਗੋਲੀ ਕਾਂਡ 4 ਸਿੰਘ, ਇੱਥੇ 2 ਹੋਏ, ਉੱਥੇ 4 ਹੋਏ ਸੀ। ਰਿਪੋਰਟ ਅੱਜ ਤੱਕ ਜਨਤਕ ਨਹੀਂ ਹੋਈ। ਬਾਦਲਾਂ ਦੀ ਸਰਕਾਰ ਕਿੰਨੀ ਵਾਰੀ ਰਹਿ ਗਈ ਆ, ਅੱਜ ਤੱਕ ਰਿਪੋਰਟ ਜਨਤਕ ਨਹੀਂ ਹੋਈ ਨਕੋਦਰ ਗੋਲੀ ਕਾਂਡ ਦੀ। ਇਹ ਮੋਰਚੇ ਦੀ ਬਦੌਲਤ ਇਹ ਬੜੀਆਂ ਪ੍ਰਾਪਤੀਆਂ ਹੋਈਆਂ। ਸ਼ਾਂਤਮਈ ਤਰੀਕੇ ਨਾਲ ਚੱਲਿਆ ਮੋਰਚਾ। ਇਹ ਵੱਖਰੀ ਗੱਲ ਆ ਕਿ ਡਿਸੀਜਨ ਵੇਲੇ ਮਤਭੇਦ ਪੈਦਾ ਹੋਏ, ਜਥੇਬੰਦੀਆਂ ਦੇ ਸੰਗਤਾਂ ਸਾਡੇ ਸਭ ਦੇ ਮਨਾਂ 'ਚ ਰੋਸ ਆਇਆ। ਤਾਂ ਹੀ ਹੁਣ ਪੰਥ ਨੇ ਤਹਈਆ ਕੀਤਾ ਕਿ ਜਿਹੜਾ ਮੋਰਚਾ ਅਗਾਂਹ ਇਨਸਾਫ ਲਈ ਲਾਇਆ ਜਾਵੇ, ਸਾਰੇ ਰਲ ਕੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ, ਗੁਰਮੁਖ ਪਿਆਰਿਓ, ਮੋਰਚਾ ਪੰਥ ਵੱਲੋਂ, ਕੌਮ ਵੱਲੋਂ ਮੋਢੇ ਨਾਲ ਮੋਢਾ ਜੋੜ ਕੇ ਸਾਰੀਆਂ ਸਿੱਖ ਜਥੇਬੰਦੀਆਂ ਇਹਦੇ 'ਚ ਸਮੂਲੀਅਤ ਕਰਕੇ, ਸਹਿਯੋਗ ਦੇ ਕੇ ਤੇ ਸਾਰਿਆਂ ਦਾ ਮਾਣ ਸਤਿਕਾਰ ਕਾਇਮ ਰੱਖਦੇ ਹੋਏ ਸਾਨੂੰ ਲੜਾਈ ਜਿਹੜੀ ਉਹ ਲੜਨੀ ਪਵੇਗੀ। ਇਹ ਲੜਾਈ ਕਿਸੇ ਕੱਲੇ ਦੁਕੱਲੇ ਬੰਦੇ ਦੀ ਨਹੀਂ ਆ, ਇਹ ਲੜਾਈ ਸਾਰਿਆਂ ਦੀ ਆ। ਇਹ ਲੜਾਈ ਇੱਕ ਜਥੇਬੰਦੀ ਦੀ ਨਹੀਂ ਆ, ਇਹ ਲੜਾਈ ਸਾਰੀਆਂ ਸਿੱਖ ਜਥੇਬੰਦੀਆਂ ਤੇ ਸੰਗਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਤੇ ਗੈਰ ਸਿੱਖ ਵੀ ਜਿਵੇਂ ਪਹਿਲਾਂ ਹਿੰਦੂ ਮੁਸਲਮਾਨ ਆਏ, ਇਹ ਸਾਰੇ ਇਨਸਾਫ ਪਸੰਦ ਲੋਕਾਂ ਦੀ ਲੜਾਈ ਆ, ਇਨਸਾਫ ਦੀ ਲੜਾਈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸਭ ਨੂੰ ਸਾਂਝਾ ਆ, ਸਰਬੱਤ ਦੇ ਭਲੇ ਦੀ ਗੱਲ ਆ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ ਦੀ ਗੱਲ ਆ। ਸਰਦਾਰ ਮਾਨ ਸਾਹਿਬ ਨੇ ਕਿਹਾ ਕਿ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ। ਉਹਨਾਂ ਨੇ ਖੋਤੇ ਦੀ ਦਲੀਲ ਦਿੱਤੀ ਆ ਕਿ ਇੱਕ ਵਾਰ ਠੇਡਾ ਲੱਗ ਜੇ ਮੁੜ ਕੇ ਖੋਤਾ ਉਸ ਰਾਏ ਨਹੀਂ ਲੰਘਦਾ। ਮੈਂ ਬੇਨਤੀ ਕਰਦਿਆਂ, ਸਾਨੂੰ 6.5 ਮਹੀਨੇ ਤੋਂ ਬਾਅਦ ਠੇਡਾ ਲੱਗਾ ਸੀ, ਪਰ ਹੁਣ ਉਹ ਗਲਤੀ ਨਹੀਂ ਕਰਨੀ। ਹੁਣ ਸਾਰੇ ਰਲ ਕੇ, ਮੇਰੇ ਕੱਲੇ ਤੇ ਭਰੋਸਾ ਨਾ ਕਰਿਓ, ਕੱਲੇ ਗੁਰਦੀਪ ਸਿੰਘ ਤੇ ਨਾ ਕਰਿਓ, ਕੱਲੇ ਜਸਕਰਨ ਸਿੰਘ ਤੇ ਨਾ ਕਰਿਓ, ਇਹ ਸਾਰੇ ਰਲ ਕੇ ਕਰਨਗੇ। ਹੁਣ ਕੱਲਾ ਬੰਦਾ ਨਹੀਂ ਕੋਈ ਕਰੇਗਾ, ਸਾਰੇ ਰਲ ਕੇ। ਜਿਹੜਾ ਇੱਥੇ ਯੋਧਿਆਂ ਦੀ ਗੱਲ ਆ, ਸੂਰਮਿਆਂ ਦੀ ਗੱਲ ਆ। ਗੁਰਮੁਖ ਪਿਆਰਿਓ, ਤੁਸੀਂ ਉਹੀ ਹੋ ਜਿਨ੍ਹਾਂ ਨੇ ਮੋਰਚੇ ਨੂੰ ਸਿਖਰ ਤੇ ਬਚਾਇਆ। ਸਰਦਾਰ ਮਾਨ ਸਾਹਿਬ ਦੀ ਗੱਲ ਤੇ ਪਹਿਰਾ ਦੇਣਾ, ਜਿਵੇਂ ਉਹਨਾਂ ਮਾਝੇ ਦੀ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਆ ਕਿ ਜੇ ਗਧਾ ਵੀ ਇੱਕ ਖਾਲੇ ਤੋਂ ਠੇਡਾ ਖਾ ਜੇ ਮੁੜ ਕੇ ਉਸ ਖਾਲੇ ਨਹੀਂ ਲੰਘਦਾ। ਜਿਹੜਾ ਠੇਡਾ ਸਾਨੂੰ ਲੱਗਾ, ਗੱਲਾਂ ਸੁਣਨੀਆਂ ਪਈਆਂ, ਭਾਵੇਂ ਕਿ ਆਗੂਆਂ ਦੀ ਕਿਸੇ ਨੇਕ ਨੀਤੀ 'ਚ ਕੋਈ ਫਰਕ ਨਹੀਂ ਆ। ਐਵੇਂ ਜਿਹੜੇ ਵਿਰੋਧੀ ਬਾਦਲ ਵਾਲੇ ਜਾਂ ਕੈਪਟਨ ਵਾਲੇ ਲੈ ਕੇ ਕਮੈਂਟ ਪਾ ਦਿੰਦੇ ਜੀ ਬਰਗਾੜੀ ਮੋਰਚੇ ਵਾਲੇ ਵਿਕ ਗਏ। ਮੈਨੂੰ ਦੱਸੋ, ਸਰਦਾਰ ਮਾਨ ਵਿਕਿਆ, ਭਾਈ ਗੁਰਦੀਪ ਸਿੰਘ ਵਿਕਿਆ, ਜਸਕਰਨ ਸਿੰਘ ਵਿਕਿਆ, ਮਹਿੰਦਰਪਾਲ ਸਿੰਘ ਵਿਕਿਆ, ਜਾਂ ਮੈਂ ਵਿਕਿਆ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੈਂ ਵਚਨ ਕਰਦਾ, ਆ ਕੈਪਟਨ ਅਮਰਿੰਦਰ ਸਿੰਘ ਦੇ ਗਲ 'ਚ ਗੂਠਾ ਦੇ ਰਹੇ ਆ। ਖੁੱਲਾ ਚੈਲੰਜ ਆ,
ਜੇ ਕੈਪਟਨ ਅਮਰਿੰਦਰ ਸਿੰਘ ਤੋਂ 1 ਰੁਪਈਏ 'ਚ ਸਾਡਾ ਕੋਈ ਆਗੂ ਵਿਕਿਆ ਤੇ ਉਹ ਏਜੰਸੀਆਂ ਦੇ ਸਾਹਮਣੇ ਖੋਲ ਦੇ, ਉਹ ਮੀਡੀਆ ਦੇ ਸਾਹਮਣੇ ਖੋਲ ਦੇ। ਆ ਸਾਡੇ ਇਹਨਾਂ ਆਗੂਆਂ 'ਚੋਂ ਜੇ ਕੋਈ 1 ਰੁਪਈਏ ਦਾ ਰਵਾਂਦਾਰ ਆ, ਗੱਲਾਂ ਕਰ ਲੈਣੀਆਂ ਸੌਖੀਆਂ ਨੇ। ਵਿਰੋਧੀਆਂ ਦੇ ਮਨਸੂਬੇ ਲੱਖਾਂ ਰੁਪਈਆ ਆਈਟੀ ਸੈੱਲ ਤੇ ਲਾਇਆ ਉਹਨਾਂ ਨੇ। ਸ਼੍ਰੋਮਣੀ ਕਮੇਟੀ ਨੇ ਵੱਖਰਾ ਆਈਟੀ ਸੈੱਲ ਬਣਾਤਾ, ਬਾਦਲਾਂ ਨੇ ਵੱਖਰਾ, ਕੈਪਟਨ ਨੇ ਵੱਖਰਾ। ਕੰਪਿਊਟਰ ਲੈ ਕੇ ਦਿੱਤੇ ਆ, ਲੈਪਟਾਪ ਲੈ ਕੇ ਦਿੱਤੇ ਆ, ਸਮਾਰਟਫੋਨ ਲੈ ਕੇ ਦਿੱਤੇ ਆ। ਲੱਖਾਂ ਤੇ ਕਰੋੜਾਂ ਰੁਪਈਆ ਰੋਜ਼ ਦਾ ਇਨਫੋਰਮੇਸ਼ਨ ਟੈਕਨੋਲੋਜੀ ਤੇ ਖਰਚਦੇ ਆ। ਕਾਹਦੇ ਲਈ? ਆ ਤੁਹਾਨੂੰ ਬਦਨਾਮ ਕਰਨ ਲਈ। ਕਮੈਂਟ ਤੇ ਕਮੈਂਟ। ਤੁਸੀਂ ਨਾ ਉਹਨਾਂ ਦੇ ਕਦੇ ਗੁਰਮੁਖ ਪਿਆਰਿਓ ਮਗਰ ਲੱਗਿਆ ਕਰੋ। ਜਦੋਂ ਕਿਸੇ ਆਗੂ ਤੇ ਕੋਈ ਕਮੈਂਟ ਪੈਂਦਾ ਜਵਾਬ ਦਿਓ ਉਹਨਾਂ ਦਾ। ਇਹਨਾਂ 'ਚੋਂ ਕਿਹੜਾ ਵਿਕਿਆ ਮੈਨੂੰ ਦੱਸੋ। ਗੱਲ ਫੋਟੋਆਂ ਦੇ ਨਾਲ ਕਹਿ ਦਿੰਦੇ, ਫੋਟੋ ਆ ਗਈ ਕੈਪਟਨ ਨਾਲ, ਫੋਟੋ ਆ ਗਈ ਬਾਜਵੇ ਨਾਲ। ਜਿਹੜੇ ਰਾਜ ਕਰਦੇ ਉਹਨਾਂ ਨੂੰ ਹੀ ਕਹਾਂਗੇ ਨਾ ਕਿ ਇਨਸਾਫ ਕਰੋ, ਤੇ ਜਦੋਂ ਮੀਟਿੰਗ ਕਰਾਂਗੇ ਫੋਟੋ ਵੀ ਆਊਗੀ। ਕੋਈ ਫੋਟੋਆਂ ਨਾਲ ਕੋਈ ਰਲ ਨਹੀਂ ਜਾਂਦਾ, ਜੇ ਰਿਸ਼ਤੇਦਾਰੀਆਂ ਨਾਲ ਵੀ ਕੋਈ ਨਹੀਂ ਜੇ ਰਲ ਜਾਂਦਾ। ਹੁਣ ਮੈਨੂੰ ਦੱਸ ਦਿਓ, ਸਰਦਾਰ ਮਾਨ ਸਾਹਿਬ ਰਲੇ ਆ, ਕੈਪਟਨ ਤੇ ਸਾਂਢੂ ਆ ਇਹਨਾਂ ਦਾ, ਸਗਾ ਸਾਂਢੂ ਆ। ਕੀ ਕੈਪਟਨ ਅਮਰਿੰਦਰ ਸਿੰਘ ਸਗਾ ਸਾਂਢੂ ਸਰਦਾਰ ਮਾਨ ਸਾਹਿਬ ਦਾ? ਸਰਦਾਰ ਮਾਨ ਸਾਹਿਬ ਕਾਂਗਰਸੀ ਆ, ਮੈਨੂੰ ਦੱਸੋ। ਇੱਥੇ ਰਿਸ਼ਤੇਦਾਰੀਆਂ ਨਾਲ ਵੀ ਕੋਈ ਨਹੀਂ। ਪੰਥਕ ਬੰਦੇ ਜਿਹੜੇ ਪੰਥ ਦੀ ਲੜਾਈ ਲੜਦੇ, 2 ਰਹਿ ਜਾਣ 4 ਰਹਿ ਜਾਣ, ਗੱਲ ਕੌਮ ਦੀ, ਗੱਲ ਪੰਥ ਦੀ ਆ। ਸਹਿਯੋਗ ਦੇਣਾ, ਸਾਥ ਦੇਣਾ, ਗੱਲ ਫੋਟੋਆਂ ਦੀ ਨਹੀਂ। ਆ ਬਾਦਲ ਤੇ ਮਜੀਠੀਆ ਦਿਖਾਉਣਗੇ ਤੁਹਾਨੂੰ। ਆ ਦੇਖੋ ਜੀ ਗੁਰਦੀਪ ਸਿੰਘ ਦੀ ਫੋਟੋ, ਆ ਦੇਖੋ ਜੀ ਜਸਕਰਨ ਸਿੰਘ ਦੀ, ਆ ਦੇਖੋ ਦਾਦੂਵਾਲ ਦੀ। ਮੈਂ ਇਹਨਾਂ ਨੂੰ ਪੁੱਛਣਾ, ਸਾਡੀ ਤਾਂ ਕਿਸੇ ਪੰਥਕ ਮੁੱਦੇ ਤੇ ਗੱਲ ਕਰਦਿਆਂ ਦੀ ਫੋਟੋ ਹੋਊ, ਅਸੀਂ ਮੁਨਕਰ ਨਹੀਂ ਹੁੰਦੇ। ਪਰ ਮੈਨੂੰ ਦੱਸੋ, ਤੁਹਾਡੇ 2 ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ, ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਮਾਤਾ ਚੜ੍ਹਾਈ ਕੀਤੀ ਤੇ ਮੋਤੀ ਮਹਿਲ 'ਚ ਅਫਸੋਸ ਕਰਨ ਗਏ, ਤੇ ਦੋਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਦੇ ਗਲ 'ਚ ਸਰੋਪੇ ਪਾਏ। ਅਗਲੇ ਦਿਨ ਅਖਬਾਰਾਂ 'ਚ ਖਬਰ ਲੱਗੀ। ਮੈਨੂੰ ਦੱਸੋ, ਕਾਲੀ ਨੇ ਕਿ ਕਾਂਗਰਸੀ? ਜੇ ਫੋਟੋਆਂ ਨਾਲ ਕਾਂਗਰਸੀ ਹੁੰਦੇ ਆ 20 ਦਿਨ ਪਹਿਲਾਂ ਇਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਕੈਪਟਨ ਨਾਲ ਸੋਫੇ ਤੇ ਗੋਡੇ ਨਾਲ ਗੋਡਾ ਜੋੜ ਕੇ ਬੈਠੀ। ਮੈਨੂੰ ਦੱਸੋ, ਇਹ ਬਾਦਲ ਕੇ ਅੰਬ ਲੈਣ ਜਾਂਦੇ ਆ ਉੱਥੇ? ਇਹ ਦੂਜਿਆਂ ਨੂੰ ਕਹਿੰਦੇ ਕਾਂਗਰਸੀ ਆ ਨਾ ਤੇ ਕਾਂਗਰਸੀ ਆ ਨਾ ਯਾਰ। ਇਹਨਾਂ ਨੂੰ ਤੇ ਸੌਖਾ ਜਿਹਾ ਰਾਹ ਲੱਭਾ। ਬਾਦਲ ਕੇ ਕਹਿ ਦੇਣਗੇ ਕਾਂਗਰਸ ਦੀ ਬੀ ਟੀਮ ਆ, ਤੇ ਕਾਂਗਰਸੀ ਕਹਿ ਦੇਣਗੇ ਆਰਐਸਐਸ ਦੀ ਬੀ ਟੀਮ ਆ। ਆ ਜਿਹੜੀਆਂ ਕਿਉਂ ਚਾਹੁੰਦੇ ਨਹੀਂ ਆ ਕਿ ਇਹਨਾਂ ਲੋਕਾਂ ਦੇ ਨਾਲ ਲੋਕ ਲੱਗਣ ਤੇ ਇਨਸਾਫ ਦੀ ਲੜਾਈ ਲੜਨ। ਇਹ ਆਪਸ ਚ ਚਾਚੇ ਭਤੀਜੇ ਸਭ ਰਲੇ ਹੋਏ ਆ ਕਿ ਉੱਤਰ ਕਾਟੋ ਮੈਂ ਚੜਾ 5 ਸਾਲ ਮੈਂ ਰਾਜ ਕਰ ਲਾਂ, 5 ਸਾਲ ਤੂੰ ਕਰ ਲਈ, ਤੂੰ ਸਾਨੂੰ ਕੁਝ ਨਾ ਕਹੀਂ, ਅਸੀਂ ਤੁਹਾਨੂੰ ਕੁਝ ਨਹੀਂ। ਅਸੀਂ ਐਵੇਂ ਜਫੋ ਜਫੀ ਹੋਏ ਫਿਰਦੇ ਆ। ਕਮੈਂਟੋ ਕਮੈਂਟੀ ਫੇਸਬੁੱਕ ਤੇ ਸੁਚੇਤ ਰਹੋ ਖਾਲਸਾ ਜੀ। ਕਿਸੇ ਪੰਥਕ ਆਗੂ ਦੇ ਉੱਤੇ ਕੋਈ ਕਮੈਂਟ ਆਉਂਦਾ ਜਵਾਬ ਦਿਓ। ਜੇ ਤੁਸੀਂ ਵੇਖੋ ਨਾ ਕਿ 100 ਕਮੈਂਟਾਂ 'ਚ 80 ਕਮੈਂਟ ਖਿਲਾਫ ਆ, ਸਮਝ ਲਓ ਆਈਟੀ ਸੈੱਲ ਲੱਗਾ ਬਾਦਲਾਂ ਦਾ, ਸ਼੍ਰੋਮਣੀ ਕਮੇਟੀ ਦਾ, ਕਾਂਗਰਸ ਦਾ, ਤੁਹਾਨੂੰ ਬਦਨਾਮ ਕਰਨ ਵਾਸਤੇ। ਸੁਚੇਤ ਰਹਿਣ ਦੀ ਲੋੜ। ਆਪਸ 'ਚ ਕੋਈ ਗਿਲਾ ਸ਼ਿਕਵਾ ਅਸੀਂ ਬਹਿ ਕੇ ਗੱਲ ਕਰ ਲਾਂਗੇ, ਔਰ ਬੜੇ ਸੁਚੇਤ ਹੋ ਕੇ ਜਿਸ ਤਰੀਕੇ ਨਾਲ ਅੱਗੇ ਗੁਰਮੁਖ ਪਿਆਰਿਓ। ਠੀਕ ਆ, ਅੱਜ ਅਸੀਂ ਇੱਧਰ ਨੂੰ ਧਿਆਨ ਕਰਨਾ। ਜੇ ਸਾਡੇ ਕਿਸੇ ਵੀਰ ਨੇ ਗਲਤੀ ਕਰਤੀ, ਉਹਨੂੰ ਪਿੱਛੇ ਛੱਡ ਕੇ ਅਸੀਂ ਇੱਧਰ ਨੂੰ ਧਿਆਨ ਕਰੀਏ, ਜਿਨ੍ਹਾਂ ਨੇ ਵਾਅਦੇ ਕੀਤੇ, ਜਿਨ੍ਹਾਂ ਨੇ ਇਨਸਾਫ ਦੇਣਾ। ਜੇ ਨਹੀਂ ਕਰਦੇ ਤੇ ਫਿਰ ਬਾਈ ਕਿਹੜਾ ਦੂਰ ਆ। ਪੰਜਾਬ ਦੀ ਧਰਤੀ ਨਾ ਬਾਦਲ ਨਾ ਕੈਪਟਨ। ਕੈਪਟਨ ਨੂੰ ਯਾਦ ਰੱਖਣਾ ਚਾਹੀਦਾ, ਜਿਵੇਂ ਬਾਦਲ ਕੰਧਾਂ ਨਾਲ ਵੱਜਦੇ ਫਿਰਦੇ, ਸਿਆਸੀ ਜ਼ਮੀਨ ਪੈਰਾਂ ਥੱਲੋਂ ਖਿਸਕ ਗਈ ਆ। ਸੌਦਾ ਸਾਹਿਬ ਨੂੰ ਬਚਾਉਂਦੇ ਬਾਦਲਾਂ ਦਾ ਪਤਨ ਹੋ ਗਿਆ। ਅੱਜ ਬਾਦਲਾਂ ਨੂੰ ਬਚਾਉਂਦਾ ਕੈਪਟਨ ਆਪਣਾ ਪਤਨ ਕਰਵਾ ਲੂਗਾ। 100 ਤੋਂ 0 ਤੇ ਆ ਗਿਆ। ਆ ਜਦੋਂ ਹਾਈ ਕੋਰਟ ਦਾ ਆਇਆ ਨਾ ਫੈਸਲਾ, ਅੱਜ ਜਿਵੇਂ ਜਵਾਕ ਲੁੱਡੋ ਖੇਡਦੇ ਆ ਨਾ, ਤੇ ਸੱਪ ਦੇ ਮੂੰਹ 'ਚ ਗੀਟੀ ਆ ਜਾਂਦੀ ਤੇ ਸਿੱਧੀ 100 ਤੋਂ 99 ਤੋਂ 0 ਤੇ ਕੈਪਟਨ ਅਮਰਿੰਦਰ ਸਿੰਘ ਸਿੱਧਾ 100 ਤੋਂ। ਇਹਨੂੰ ਕਰੋਨਾ ਬਚਾਈ ਜਾਂਦਾ ਸੀ, ਕਿਸਾਨ ਅੰਦੋਲਨ ਬਚਾਈ ਜਾਂਦਾ ਸੀ। ਪਰ ਹੁਣ ਜਦੋਂ ਬਰਗਾੜੀ ਦੇ ਇਨਸਾਫ ਤੇ ਪਾਸਾ ਮੋੜਿਆ ਨਾ, ਸਿੱਧਾ 100 ਤੋਂ 0 ਤੇ। ਗੁਰੂ ਨੇ ਬਖਸ਼ਣਾ ਨਹੀਂ ਕੋਈ, ਨਾ ਪਹਿਲਾਂ ਬਖਸ਼ਿਆ ਨਾ ਹੁਣ। ਇਹ ਗੁਰੂ ਦੀ ਚੱਕੀ ਚੱਲਦੀ ਬੜੀ ਹੌਲੀ ਆ, ਪਰ ਪੀਸਦੀ ਬੜਾ ਬਰੀਕ ਜੇ ਖਾਲਸਾ ਜੀ। ਇਸ ਕਰਕੇ ਮੋਢੇ ਨਾਲ ਮੋਢਾ ਜੋੜੋ। ਸਿੱਖ ਜਥੇਬੰਦੀਆਂ ਦਾ ਐਲਾਨ ਹੋਇਆ, 30 ਦਿਨ ਦਾ ਅਲਟੀਮੇਟਮ ਸਰਕਾਰ ਨੂੰ ਦਿੱਤਾ ਗਿਆ।
30 ਦਿਨਾਂ 'ਚ ਦੋਸ਼ੀ ਹੋਣ ਕਟਹਿਰੇ 'ਚ, ਨਹੀਂ ਤੇ ਪੰਥ ਦਾ ਮੋਰਚਾ ਲੱਗੂਗਾ। ਤੇ ਪੰਥ ਚੜ੍ਹਦੀ ਕਲਾ 30 ਦਿਨਾਂ ਦਾ 30 ਦਿਨ ਲੰਘ ਗਏ ਆ ਸਿੱਟਾਂ ਬਣੀਆਂ ਨੂੰ। LK ਜਾਦਵ, IG ਨੌ ਨਿਹਾਲ ਸਿੰਘ ਔਰ IG ਸੁਰਿੰਦਰਪਾਲ ਸਿੰਘ ਪਰਮਾਰ, 3 ਸਿੱਟਾਂ ਬਣ ਗਈਆਂ। ਬਰਗਾੜੀ ਕਾਂਡ ਤੇ ਵੱਖਰੀ, ਬਾਈਬਲ ਕਾਂਡ ਤੇ ਵੱਖਰੀ, ਕੋਟਕਪੂਰਾ ਕਾਂਡ ਤੇ ਵੱਖਰੀ। 1 ਮਹੀਨੇ 'ਚ ਰਿਜ਼ਲਟ ਦੇ ਦਿਓ, ਨਹੀਂ ਤੇ ਦੇਖ ਲਿਓ ਭੁਲੇਖਾ ਕੱਢ ਦਿਓ। ਜਿਹੜੇ ਕਹਿੰਦੇ ਆ ਵੀ ਸ਼ਾਇਦ ਆ ਇੰਨੇ ਜਿੰਨੇ ਆਏ ਇੰਨੇ ਹੀ ਹੋਣਗੇ, ਜਦੋਂ ਮੋਰਚਾ ਉਹ ਸ਼ੁਰੂ ਕੀਤਾ ਉਦੋਂ ਵੀ ਇਦਾਂ ਹੀ ਸੀ, ਤੇ ਬਾਅਦ 'ਚ ਰਿਹਾ ਕੋਈ ਨਹੀਂ ਜਿਹੜਾ ਬਰਗਾੜੀ ਦੀ ਧਰਤੀ ਤੇ ਨਹੀਂ ਆਇਆ। ਭੁਲੇਖਾ ਕੱਢ ਦੇਣ, ਜਿੱਥੇ ਵੀ ਮੋਰਚਾ ਸ਼ੁਰੂ ਹੋਇਆ ਸਰਕਾਰ ਭੁਲੇਖਾ ਕੱਢ ਦੇ। ਮੋਰਚਾ ਸ਼ੁਰੂ ਹੋਣ ਦੀ ਦੇਰ ਆ, ਭੁਲੇਖੇ ਕੱਢ ਦੂ ਸਰਕਾਰਾਂ ਦੇ, ਨਹੀਂ ਤੇ ਇਨਸਾਫ ਕਰ ਦੇ। ਕੈਪਟਨ ਅਮਰਿੰਦਰ ਸਿੰਘ, ਕੇਂਦਰ ਸਰਕਾਰ ਜੇ ਨਾ ਇਨਸਾਫ ਕੀਤਾ ਬਰਗਾੜੀ ਬੇਅਦਬੀ ਕਾਂਡ, ਬਾਈਬਲ ਗੋਲੀ ਕਾਂਡ, ਕੋਟਕਪੂਰਾ ਕਾਂਡ ਦਾ, ਤੇ ਜੁਝਾਰੂ ਯੋਧਿਓ ਕਰ ਲੋ ਤਿਆਰੀਆਂ, ਸਿਰ ਜੋੜ ਕੇ ਬਹਿ ਜਾਓ। ਜਿਵੇਂ ਮੈਂ ਬੇਨਤੀ ਪਹਿਲਾਂ ਕਰ ਚੁੱਕਿਆ ਨਾ, ਗੁੰਮਰਾਹ ਕੁਨ ਗੱਲਾਂ 'ਚ ਨਾ ਆਓ, ਇਹ ਬਹੁਤ ਕੁਝ ਕਹਿੰਦੇ ਜੇ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।